Hello guys, welcome back to my YouTube channel. Today we learn about the sprain and its cause as well as its symptoms and treatment. So हम इस वीडियो में देखेंगे इसका स्प्रेन क्या होता है, उसके कॉजेस क्या हैं, उसके सिम्टम्स कैसे होते हैं, उसे कैसे बचा जा सकता है. इस तरह ਦੀਆਂ वीडियोस देखने ਲਈ प्लीज़ लाइक सब्सक्राइब दिस चैनल एंड शेयर दिस वीडियो. सो देन हम देख लेते हैं कि स्प्रेन क्या होता है. सो व्हाट इज़ स्प्रेन? इसका मतलब ਹੁੰਦਾ इट्स मीन्स दैट a sprain is an injury to a ligament tissue that connect two or more bones at a joint. In a sprain, one, two or more ligaments is stressed to turn. ਸੋ ਇਸਦਾ ਜਿਹੜਾ ਪੰਜਾਬੀ ਦੇ ਵਿੱਚ ਮੀਨਿੰਗ ਹੁੰਦਾ ਮੇਬੀ ਉਹ ਮਚਕੋੜ ਹੁੰਦੀ ਹੈ, ਜਿਹੜੀ ਮਚਕੋੜ ਪੈਰ ਦੇ ਵਿੱਚ ਆ ਜਾਂਦੀ ਹੁੰਦੀ ਆ. ਅਤੇ ਸਪਰੇਨ ਦਾ ਸਪਰੇਨ ਇਹਦੇ ਵਿੱਚ ਲਿਖਿਆ ਹੈ ਡੈਫੀਨੇਸ਼ਨ 'ਚ ਕਿ ਇੱਕ ਸਪਰੇਨ ਇੱਕ ਤਰ੍ਹਾਂ ਦੀ ਇੰਜਰੀ ਹੁੰਦੀ ਆ. ਲਿਗਾਮੈਂਟ ਇੱਕ ਤਰ੍ਹਾਂ ਦਾ ਲਿਗਾਮੈਂਟ ਇੱਕ ਤਰ੍ਹਾਂ ਦਾ ਟਿਸ਼ੂ ਹੁੰਦਾ ਹੈ ਜਿਹੜਾ ਕਨੈਕਟ ਕਰਦੇ ਆ ਦੋ ਜਾਂ ਫਿਰ ਦੋ ਤੋਂ ਵੱਧ ਜਿਹੜੇ ਬੋਨਸ ਆ ਉਹਨਾਂ ਨੂੰ ਜੁਆਇੰਟ ਕਰਕੇ ਰੱਖਦਾ ਹੈ. ਸੋ ਐਜ਼ ਸ਼ੋਨ ਇਨ ਦਿਸ ਸਪੀਕਰ ਤੁਸੀਂ ਦੇਖ ਸਕਦੇ ਜਿੱਥੇ ਮੇਰਾ ਮਾਊਸ ਆ, ਅਤੇ ਇਸ ਦੇ ਵਿੱਚ ਆ ਦੇਖੋ ਆ ਬੋਨਸ ਆ, ਅਤੇ ਇਸ ਦੇ ਵਿੱਚ ਇੱਕ ਲਿਗਾਮੈਂਟ ਹੁੰਦਾ. ਲਿਗਾਮੈਂਟ ਇੱਕ ਤਰ੍ਹਾਂ ਦਾ ਟਿਸ਼ੂ ਹੁੰਦਾ ਜਿਹਨੂੰ ਅਸੀਂ ਲਿਗਾਮੈਂਟ ਕਹਿੰਦੇ ਆ. ਇਹ ਬੋਨ ਨੂੰ ਜੁਆਇੰਟ ਕਰਕੇ ਰੱਖਦਾ ਆ. ਸੋ ਦੈਨ ਇਸ ਦੇ ਵਿੱਚ ਤੁਸੀਂ ਦੇਖ ਸਕਦੇ ਕਿ ਇਹਦੇ ਵਿੱਚ ਸਪਰੇਨ ਹੋਇਆ ਆ. ਇੱਕ ਤਰ੍ਹਾਂ ਦੀ ਇੰਜਰੀ ਹੁੰਦੀ ਆ, ਇਹਨੂੰ ਅਸੀਂ ਐਥਰੀਟਿਕ ਐਂਕਲ ਜੁਆਇੰਟ. ਸੋ ਦੈਨ ਇਸ ਦੇ ਵਿੱਚ ਸਟ੍ਰੈਚ ਜਾਂ ਫਿਰ ਟਰਨ ਹੋ ਜਾਂਦਾ ਆ. ਸੋ ਤੁਸੀਂ ਆਦੇ ਇੱਥੇ ਐਕਸਟਰਾ ਆ ਦੇਖ ਸਕਦੇ ਆ. ਦੇਖ ਲੈਂਦੇ ਆ. ਇਸ ਦੇ ਵਿੱਚ ਫਸਟ ਆਫ ਆਲ ਜਿਹੜੀ ਹਰੇਕ ਇੱਕ ਤਰ੍ਹਾਂ ਦੀ ਇੰਜਰੀ ਆ ਇਹ ਸਪਰੇਨ ਤੋਂ. ਇਸ ਦੇ ਵਿੱਚ ਤਾਂ ਪੇਨ ਹੁੰਦੀ ਆ ਐਂਡ ਦੈਨ ਇਟਸ ਸਵੈਲਿੰਗ ਹੋਣ ਲੱਗ ਪੈਂਦੀ ਆ, ਬਰਨਿੰਗ ਹੋ ਜਾਂਦੀ ਆ ਬਹੁਤ ਜ਼ਿਆਦਾ. ਯੂਜ਼ ਦ ਜੁਆਇੰਟ ਐਂਡ ਨਾਟ ਏਬਲ ਟੂ ਮੋਸ਼ਨ ਨਹੀਂ ਹੋ ਪਾਉਂਦਾ ਕਿਉਂਕਿ ਉਹਦੇ ਵਿੱਚ ਜਿਹੜਾ ਸੀਗਾ ਸਟ੍ਰੈਸ ਟਰਨ ਹੋ ਜਾਂਦਾ ਆ. ਤੁਹਾਨੂੰ ਮੈਂ ਇੱਥੇ ਆ ਦੇਖਿਓ, ਆ ਦੇਖੋ ਆਹ ਵਾਲੀ ਜਿਹੜੀ ਚੀਜ਼ ਆ ਥੋੜ੍ਹੀ ਜਿੱਦਾਂ ਜ਼ਿਆਦਾ ਸਵੈਲਿੰਗ ਜਿਹੀ ਹੋ ਜਾਂਦੀ ਆ, ਅਤੇ ਆਹ ਜਿਹੜਾ ਇਹ ਲਿਗਾਮੈਂਟ ਆ ਨਾ ਇਹਨਾਂ ਸਟ੍ਰੈਸ ਟੂ ਟਰਨ ਹੋ ਜਾਂਦੇ ਆ. ਦੈਨ ਇਸ ਦੇ ਵਿੱਚ ਲਿਖ ਲੈਂਦੇ ਆ ਟਾਈਪਸ ਆਫ ਸਪਰੇਨ. ਇਹਦੇ ਵਿੱਚ ਸਵੀਅਰ ਵੀ ਹੋ ਸਕਦੀ ਆ, ਮੋਡਰੇਟ ਵੀ, ਮਿਡਲ ਵੀ. ਸੋ ਇਟ ਮੀਨ ਦੈਟ ਜਿਹੜੀ ਇਹ ਇੰਜਰੀ ਆ ਇਹ ਥੋੜ੍ਹੀ ਮਤਲਬ ਬਹੁਤ ਜ਼ਿਆਦਾ ਵੀ ਹੋ ਸਕਦੀ ਆ, ਉਸ ਤੋਂ ਘੱਟ ਜਾਂ ਫਿਰ ਉਸ ਤੋਂ ਘੱਟ ਹੋ ਸਕਦੀ ਆ. ਦੈਨ ਇਸ ਦੇ ਕੌਜ਼ ਕੀ ਹੋ ਸਕਦੇ ਅਤੇ ਕਾਰਨ ਕੀ ਹੋ ਸਕਦੇ ਆ ਸਪਰੇਨ ਦੇ. ਜਦੋਂ ਕੋਈ ਵੀ ਫੈਲ ਆਨ ਦਾ ਆਰਮ ਦੇ ਕੋਈ ਆਪਣੀ ਆਰਮ 'ਤੇ ਡਿੱਗ ਗਿਆ, ਜਾਂ ਫਿਰ ਫੈਲ ਆਨ ਦਾ ਸਾਈਡ ਆਫ ਦਾ ਫੁੱਟ, ਜਾਂ ਫਿਰ ਕੋਈ ਆਪਣੇ ਪੈਰ 'ਤੇ ਜਿੱਦਾਂ ਕਿ ਐਂਕਲ ਦੀ ਤੁਹਾਨੂੰ ਪਿੱਛੇ ਇੱਕ ਤਰ੍ਹਾਂ ਦੀ ਪਿਕਚਰ ਸੀ ਉਸ ਦੇ ਵਿੱਚ ਸ਼ੋਅ ਕੀਤਾ ਹੋਇਆ ਸੀ. ਉਹਦੇ ਵਿੱਚ ਐਂਕਲ ਦਾ ਦੱਸਿਆ ਹੋਇਆ ਸੀਗਾ. ਦੈਨ ਇਟਸ ਟਰੀਟਮੈਂਟ ਦੇਖ ਲੈਂਦੇ ਹਾਂ. ਸੋ ਫਸਟ ਸਟੇਜ ਟੂ ਰਿਡਿਊਸ ਦੀ ਸਵੈਲਿੰਗ ਪੇਨ. ਸੋ ਇਸ ਦੇ ਵਿੱਚ ਇੱਕ ਤਰ੍ਹਾਂ ਦੀ ਥੈਰੇਪੀ ਵੀ ਇਨਕਲੂਡ ਹੁੰਦੀ ਆ, ਉਹ ਵੀ ਦੇਖਦੇ ਹਾਂ. ਸੋ ਇਸ ਦੇ ਵਿੱਚ ਇੱਕ ਹੁੰਦੀ ਆ ਰਾਈਸ ਥੈਰੇਪੀ. ਇਹ ਕੀ ਹੁੰਦੀ ਆ, ਇੱਕ ਤਰ੍ਹਾਂ ਦੀ ਆਪਣੀ ਜਿਹੜੀ ਰਿਡਿਊਸ ਦੀ ਪੇਨ ਨੂੰ ਰਿਡਿਊਸ ਕਰਨ ਲਈ ਹੁੰਦੀ ਆ. ਸੋ RICE. ਸੋ ਇੱਕ ਤਰ੍ਹਾਂ ਦੀ ਰਾਈਸ ਥੈਰੇਪੀ ਹੁੰਦੀ ਆ. R ਸਟੈਂਡ ਫॉर ਰੈਸਟ ਇੰਜਰੀ ਏਰੀਆ ਅਵੋਇਡ ਐਕਸਰਸਾਈਜ਼. ਸੋ ਜਦੋਂ ਵੀ ਤੁਹਾਨੂੰ ਸਪਰੇਨ ਹੋਇਆ, ਕੋਈ ਪਰਸਨ ਆ ਉਹਦੇ ਜਿੱਦਾਂ ਇੱਕ ਤਰ੍ਹਾਂ ਦੇ ਐਂਕਲ 'ਤੇ ਮਤਲਬ ਸਪਰੇਨ ਹੋ ਗਿਆ, ਤਾਂ ਉਹਨੂੰ ਇੱਕ ਤਰ੍ਹਾਂ ਦੀ ਉਹਨੂੰ ਰੈਸਟ ਦੇਣੀ ਚਾਹੀਦੀ ਹੈ ਅਤੇ ਐਕਸਰਸਾਈਜ਼ ਨਹੀਂ, ਓਬਵੀਅਸਲੀ ਐਕਸਰਸਾਈਜ਼ ਨਹੀਂ ਕਰਨੀ ਚਾਹੀਦੀ. ਐਂਡ I ਸਟੈਂਡ ਫॉर ਆਈਜ਼ ਇੰਜਰੀ ਏਰੀਆ 20 minutes at a time, cold pack. Sorry. I stand for eyes injury area 20 minutes at a time, cold pack plastic bag with rushed area. So ਜਿੱਥੇ ਤੁਹਾਡੀ ਕੋਈ ਇੰਜਰੀ ਹੋਈ ਆ, ਜਿਹੜੀ ਸਪਰੇਨ ਹੋਈ ਆ, ਉਹਨੂੰ ਅਸੀਂ ਆਈਸ ਦੇਣੀ, ਮਤਲਬ ਆਈਸ ਲਾਉਣੀ ਆ 10-20 ਮਿੰਟ ਲਈ
ਵੀ ਟਾਈਮ ਲਈ ਅਸੀਂ ਕੋਲਡ ਪੈਕ ਅਸੀਂ ਉਹਦੇ ਉੱਤੇ ਅਪਲਾਈ ਕਰਨਾ, ਜਾਂ ਫਿਰ ਅਸੀਂ ਪਲਾਸਟਿਕ ਬੈਗ ਵੀ ਕਰ ਸਕਦੇ ਹਾਂ। ਦੈਨ ਸੀ ਸਟੈਂਡ ਫॉर compressed injury area using bandages, elastic wraps. It helps to reduce swelling. ਸੋ ਜਦੋਂ ਅਸੀਂ ਇਹਨੂੰ ਅਸੀਂ ਇੰਜਰੀ ਨੂੰ ਥੋੜ੍ਹਾ ਕੰਪਰੈਸ ਕਰਦੇ ਹਾਂ, ਫਿਰ ਇਸ ਤਰ੍ਹਾਂ ਸਵੈਲਿੰਗ ਜਿਹੜੀ ਹੁੰਦੀ ਆ ਉਹ ਰਿਡਿਊਸ ਹੁੰਦੀ ਆ। So E stand for elevate that injury area above the level of heart, helps to reduce swelling while lying and sitting down. Sorry for this E, and so it means that ਜਦੋਂ ਤੁਹਾਨੂੰ ਜਿਹੜੀ ਇੰਜਰੀ ਹੋ ਗਈ ਐਲੀਵੇਟ ਕਰਨੀ, ਮਤਲਬ ਕਿ ਘੱਟ ਕਰਨੀ, ਅਬਵ ਦ ਲੈਵਲ ਆਫ ਹਾਰਟ। ਜਦੋਂ ਅਸੀਂ ਫੋਰ ਐਗਜ਼ਾਮਪਲ ਕੋਈ ਪਰਸਨ ਆ ਉਸਦੇ ਰਿਸਟ 'ਤੇ ਜਿੱਦਾਂ ਇੱਦਾਂ ਸਪਰੇਨ ਹੋ ਗਿਆ, ਕੋਈ ਇੰਜਰੀ ਹੋ ਗਈ, ਟੌਨ ਟੂ ਟੱਚ ਸਟਰੈਚ ਹੋ ਗਿਆ, ਸੋ ਦੈਨ ਉਹਨੂੰ ਆਪਣੇ ਜਿਹੜੀ ਰਿੰਕਲਸ ਆ ਉਹਨੂੰ ਥੋੜ੍ਹਾ ਹਾਰਟ ਤੋਂ ਅਬਵ, ਹਾਰਟ ਲੈਵਲ ਤੋਂ ਉੱਤੋਂ ਅਬਵ ਕਰਨਾ ਰੱਖਣਾ, ਜਿਹਦੇ ਨਾਲ ਸਵੈਲਿੰਗ ਜਿਹੜੀ ਆ ਉਹ ਰਿਡਿਊਸ ਹੋ ਜੂਗੀ ਜਦੋਂ ਉਹਨੇ ਮਤਲਬ ਬੈਠਣਾ ਆ ਵਗੈਰਾ ਜਾਂ ਫਿਰ ਸੌਣਾ ਆ। Then second one is that obviously drug or meditation. So ਇਸ ਦੇ ਵਿੱਚ ਐਂਟੀ ਇਨਫਲੈਮੇਟਰੀ drugs can be used to reduce the swelling, pain and aspirin. ਸੋ ਤੁਸੀਂ ਇਸ ਦੇ ਵਿੱਚ ਐਂਟੀ ਇਨਫਲੈਮੇਟਰੀ ਡਰੱਗਸ ਦੇ ਸਕਦੇ ਹਾਂ। ਸੋ ਦੈਨ ਥਰਡ ਵਨ ਇਜ਼ ਦੈਟ ਇਫ ਮੋਡਰੇਟ, ਜੇਕਰ ਇਹ ਬਹੁਤ ਮਤਲਬ ਥੋੜ੍ਹੀ ਇਸਦੇ ਮਿਡਲ ਦੇ ਵਿੱਚ, ਮਿਡਲ ਮੀਨਸ moderate ਹੋਵੇ, may require use to mobility aids such as a cane and walker. ਦੈਨ ਜੇਕਰ ਇਫ ਸਵੇਅਰ ਹੋਵੇ, ਜ਼ਿਆਦਾ ਪੇਨ ਹੋਵੇ, ਫਿਰ ਇਸ ਦੇ ਵਿੱਚ ਬਹੁਤ ਜ਼ਿਆਦਾ ਮਤਲਬ ਸਰਜਰੀ ਦੀ ਲੋੜ ਹੁੰਦੀ ਆ ਟੂ ਟੌਨ ਲਿਗਾਮੈਂਟਸ ਨੂੰ ਰਿਪੇਅਰ ਦੀ, ਲਿਗਾਮੈਂਟਸ ਐਂਡ ਮਸਲਸ ਐਂਡ ਟੈਂਡਨਸ। ਸੋ ਦੈਨ ਇਸ ਤੋਂ ਬਾਅਦ ਦੇਖ ਲੈਂਦੇ ਹਾਂ ਸੈਕਿੰਡ ਸਟੇਜ ਦੇ ਵਿੱਚ। ਸੈਕਿੰਡ ਸਟੇਜ ਦੇ ਵਿੱਚ ਕੀ ਹੁੰਦਾ ਹੈ, ਰੀਹੈਬਲੀਟੇਸ਼ਨ, ਫਿਜ਼ੀਕਲ ਥੈਰੇਪੀ ਜਿਹੜੀ ਇਨਕਰੀਜ਼ ਹੁੰਦੀ ਹੈ ਸਟ੍ਰੇਟ ਐਂਡ ਟੈਂਡਰਸ। ਸੋ ਥੈਂਕ ਯੂ ਗਾਈਜ਼ ਟੂ ਵਾਚ ਦਿਸ ਵੀਡੀਓ। ਤੁਸੀਂ ਮੈਨੂੰ ਇਹ ਦੱਸਣਾ ਕਿ ਮੇਰੀ ਵੀਡੀਓ ਕਿੱਦਾਂ ਦੀ ਲੱਗੀ ਇਨ ਦ ਕਮੈਂਟ ਸੈਕਸ਼ਨ। ਤੁਹਾਨੂੰ ਕਿੱਦਾਂ ਸਪਰੇਨ ਅਤੇ ਉਹਦਾ ਟਰੀਟਮੈਂਟ ਵਧੀਆ ਲੱਗਾ। ਸੋ ਤੁਹਾਨੂੰ ਇਸ ਤਰ੍ਹਾਂ ਦੀਆਂ ਵੀਡੀਓਜ਼ ਦੇਖਣ ਲਈ ਪਲੀਜ਼ ਲਾਈਕ, ਸ਼ੇਅਰ, subscribe this channel and share this channel. So thank you guys.